ਹੈਲੋ ਸਟੂਡੈਂਟਸ, ਅੱਜ ਅਸੀਂ ਆਕਸੀਜਨ ਫੈਮਿਲੀ ਡਿਸਕਸ ਕਰਨ ਜਾ ਰਹੇ ਹਾਂ। ਇਹ ਪੀ ਬਲੌਕ ਫੈਮਿਲੀ ਦਾ ਕਾਫੀ ਇੰਪੋਰਟੈਂਟ ਪਾਰਟ ਹੈ। ਪੀ ਬਲੌਕ ਐਲੀਮੈਂਟਸ ਜਿਹੜਾ ਚੈਪਟਰ ਤੁਹਾਡੇ +2 ਦੇ ਸਿਲੇਬਸ ਦਾ। ਇਸ ਫੈਮਿਲੀ ਦੇ ਵਿੱਚ ਅਸੀਂ ਜਨਰਲ ਟ੍ਰੈਂਡਸ ਜਿਹੜੇ ਨੇ ਉਹ ਫਿਜ਼ੀਕਲ ਅਤੇ ਕੈਮੀਕਲ ਪ੍ਰੋਪਰਟੀਜ਼ ਦੇ ਕਰਾਂਗੇ ਆਕਸੀਜਨ ਫੈਮਿਲੀ ਦੇ। ਐਜ਼ ਯੂ ਨੋ, ਆਕਸੀਜਨ ਫੈਮਿਲੀ ਹੈ, ਇਹਦੇ ਜਿਹੜੇ ਮੇਨ ਐਲੀਮੈਂਟਸ ਜਿਹੜੇ ਨੇ ਉਹ ਗਰੁੱਪ ਦੇ ਵਿੱਚ, ਕਿਉਂਕਿ ਅਸੀਂ ਗਰੁੱਪ ਦੀ ਡਿਸਕਸ਼ਨ ਕਰਨੀ ਹੈ। ਗਰੁੱਪ ਦੇ ਵਿੱਚ ਆਕਸੀਜਨ, ਸਲਫਰ, ਸੈਲੀਨੀਅਮ, ਟੈਲੂਰੀਅਮ ਅਤੇ ਪੋਲੋਨੀਅਮ ਇਹ ਆਮ ਤੌਰ 'ਤੇ ਜਿਹੜੇ ਨੇ ਪਾਏ ਜਾਂਦੇ ਨੇ ਆਕਸੀਜਨ ਫੈਮਿਲੀ ਦੇ ਵਿੱਚ। ਦੈਟ ਇਜ਼ ਆਕਸੀਜਨ atomic number 8, then sulfur atomic number 16, then selenium atomic number 34, tellurium, Te, that is tellurium atomic number 52, then polonium atomic number 84. ਹੁਣ ਇਹਨਾਂ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਦੀ ਗੱਲ ਕਰੀਏ ਤਾਂ ਆਕਸੀਜਨ ਐਜ਼ ਯੂ ਨੋ 1s2 2s2 2p4, sulfur 1s2 2s2 2p6 3s2 3p4, selenium 4s2 4p4 हो जाएगा, टेलूरियम 5s2 5p4 हो जाएगा, तो पोलोनियम 6s2 6p4। ਇਹਨਾਂ ਦੀ ਜਨਰਲ ਕਨਫੀਗਰੇਸ਼ਨ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੈ। ਇਟ ਮੀਨ ਇਹਨਾਂ ਦੀ ਜਨਰਲ ਕਨਫੀਗਰੇਸ਼ਨ ਬਣੇਗੀ NS2 NP4। N is principal quantum number, 2 3 4 5 and 6 ਰਿਸਪੈਕਟਿਵਲੀ। ਦੇਖੋ ਜਿਹੜੇ ਇਹਨਾਂ ਦੇ ਜਨਰਲ ਟ੍ਰੈਂਡਸ ਆਉਂਦੇ ਹੈ, ਇੱਕ ਤਾਂ ਸਭ ਤੋਂ ਪਹਿਲੇ ਜਿਹੜੀ ਇਹਦੀਆਂ ਪ੍ਰੋਪਰਟੀਜ਼ ਆਉਂਦੀਆਂ ਨੇ ਫਿਜ਼ੀਕਲ ਪ੍ਰੋਪਰਟੀਜ਼ ਦੇ ਵਿੱਚ, ਸਭ ਤੋਂ ਪਹਿਲੇ ਟ੍ਰੈਂਡ ਤੇ ਇਲੈਕਟ੍ਰੋਨਿਕ ਕਨਫੀਗਰੇਸ਼ਨ ਦਾ ਹੀ ਆ ਜਾਂਦਾ ਹੈ। ਸੈਕੰਡ ਟ੍ਰੈਂਡ ਦਾ ਮੈਟੈਲਿਕ ਕਰੈਕਟਰ ਦਾ ਆਉਂਦਾ ਹੈ। ਇਲੈਕਟ੍ਰੋਨਿਕ ਕਨਫੀਗਰੇਸ਼ਨ, ਦੈਨ ਮੈਟੈਲਿਕ ਕਰੈਕਟਰ। ਜੇ ਅਸੀਂ ਮੈਟੈਲਿਕ ਕਰੈਕਟਰ ਦੀ ਗੱਲ ਕਰੀਏ ਤਾਂ ਇਹਦੇ 'ਚ ਆਕਸੀਜਨ, ਸਲਫਰ ਅਤੇ ਸੈਲੀਨੀਅਮ, ਆਕਸੀਜਨ, ਸਲਫਰ ਅਤੇ ਸੈਲੀਨੀਅਮ, these are non-metals। ਜੇ ਟੈਲੂਰੀਅਮ ਦੀ ਗੱਲ ਕਰੀਏ, ਇਟ ਇਜ਼ ਅ ਵੀਕ ਨਾਨ ਮੈਟੈਲਿਕ ਇਨ ਕਰੈਕਟਰ। ਇਹਦਾ ਕਰੈਕਟਰ ਜਿਹੜਾ ਉਹ ਵੀਕ ਹੁੰਦਾ। ਦਿਸ ਇਜ਼ ਵੀਕ ਨਾਨ ਮੈਟੈਲਿਕ ਕਰੈਕਟਰ। ਅਤੇ ਜੇ ਅਸੀਂ ਪੋਲੋਨੀਅਮ ਦੀ ਗੱਲ ਕਰੀਏ, ਇਟ ਇਜ਼ ਏ ਰੇਡੀਓ ਐਕਟਿਵ ਐਲੀਮੈਂਟ। ਦਿਸ ਇਜ਼ ਅ ਰੇਡੀਓ ਐਕਟਿਵ ਐਲੀਮੈਂਟ। ਪੋਲੋਨੀਅਮ ਜਿਹੜਾ ਹੈ ਉਹ ਇੱਕ ਰੇਡੀਓ ਐਕਟਿਵ ਐਲੀਮੈਂਟ ਹੈ। ਯੂ ਕੈਨ ਸੇ ਕਿ ਮੈਟੈਲਿਕ ਕਰੈਕਟਰ ਇਨਕਰੀਜ਼ਿਜ਼ ਡਾਊਨ ਦਾ ਗਰੁੱਪ। ਪੋਲੋਨੀਅਮ ਇਜ਼ ਏ ਰੇਡੀਓ ਐਕਟਿਵ ਐਲੀਮੈਂਟ। ਰੇਡੀਓ ਐਕਟਿਵ ਐਲੀਮੈਂਟ ਨੂੰ ਇਸ ਤਰ੍ਹਾਂ ਸ਼ੋ ਕਰ ਦਿੱਤਾ ਜਾਂਦਾ ਹੈ, ਠੀਕ ਹੈ। ਐਂਡ ਵੀ ਕੈਨ ਸੇ ਐਜ਼ ਵੀ ਮੂਵ ਡਾਊਨ ਦਾ ਗਰੁੱਪ ਮੈਟੈਲਿਕ ਕਰੈਕਟਰ ਇਨਕਰੀਜ਼ਿਜ਼। ਦੈਨ ਡਿਸਕਸ਼ਨ ਆਉਂਦੀ ਹੈ ਇਹਦੇ ਡੈਂਸਿਟੀ, ਮੈਲਟਿੰਗ ਪੁਆਇੰਟ, ਬੋਇਲਿੰਗ ਪੁਆਇੰਟ। ਡੈਂਸਿਟੀ, melting points, boiling points, ठीक है। then atomic radius, ionic radius, मतलब वेरियस इस तरह की डिस्कशनस ਜਿਹੜੀਆਂ ਨੇ ਉਹ ਆ ਜਾਂਦੀਆਂ ਨੇ। ਹੁਣ ਦੇਖੋ ਟ੍ਰੈਂਡ ਡਾਊਨ ਦਾ ਗਰੁੱਪ, ਤੁਹਾਨੂੰ ਟ੍ਰੈਂਡ ਪਤਾ ਹੈ
वी हैव डन इन +1 क्लास कि लैफ्ट टू राइट इन ए पीरियड ਜਿਹੜੇ ਨੇ ਕਰੈਕਟਰ ਕੀ ਹੁੰਦੇ ਨੇ, ਟੌਪ ਟੂ ਬਾਟਮ ਕਰੈਕਟਰ ਜਿਹੜੇ ਨੇ ਕੀ ਹੁੰਦੇ ਨੇ। ਜੇ ਅਸੀਂ ਗੱਲ ਕਰੀਏ ਕਿ ਇਹ ਜਿਹੜੀਆਂ ਸਾਰੀਆਂ ਪ੍ਰੋਪਰਟੀਜ਼ ਨੇ, these have regular increase in group, ਲਾਈਕ ਮੈਲਟਿੰਗ ਪੁਆਇੰਟ ਹੋਇਆ, ਬੋਇਲਿੰਗ ਪੁਆਇੰਟ ਹੋਇਆ, ਇਹ ਇਨਕਰੀਜ਼ ਹੁੰਦਾ ਡਾਊਨ ਦਾ ਗਰੁੱਪ। ਇਹ ਜਿਹੜਾ ਇਨਕਰੀਜ਼, these properties increases, ਮੈਂ ਇੱਥੇ ਪੁਆਇੰਟ ਲਿਖ ਦੇਣਾ, increases down the group, these properties increases down the group, all these properties। ਕਾਰਨ ਕੀ ਇੱਥੇ ਬਣਦਾ ਹੈ? ਦਾ ਮੇਨ ਰੀਜ਼ਨ, ਜੇ ਅਸੀਂ ਮੈਲਟਿੰਗ ਪੁਆਇੰਟ, ਬੋਇਲਿੰਗ ਪੁਆਇੰਟ ਦੀ ਗੱਲ ਕਰੀਏ ਜਾਂ ਡੈਂਸਿਟੀ ਦੀ ਗੱਲ ਕਰੀਏ ਜਾਂ ਐਟੋਮਿਕ ਰੇਡੀਅਸ ਦੀ ਗੱਲ ਕਰੀਏ, ਤੇ ਇਹਦੇ 'ਚ ਕਾਰਨ ਬਣਦਾ ਹੈ ਦੇਰ ਇਜ਼ ਇਨਕਰੀਜ਼ ਇਨ ਵਨ ਡਰ ਵਾਲ ਫੋਰਸਿਸ। ਠੀਕ ਹੈ, ਜਿਸ ਤਰ੍ਹਾਂ ਅਟੋਮਿਕ ਜਿਸ ਤਰ੍ਹਾਂ ਜਿਹੜਾ ਉਹ ਇਹਨਾਂ ਦਾ ਸਾਈਜ਼ ਵੱਧਦਾ ਹੈ, ਜਾਂ ਵੀ ਕੈਨ ਸੇ ਅਟੋਮਿਕ ਨੰਬਰ ਵੱਧਦਾ ਹੈ, ਇਹਨਾਂ ਦੇ ਵਿੱਚ ਜਿਹੜੀਆਂ ਵੈਨ ਡਰ ਵਾਲ ਫੋਰਸਿਸ ਆਫ ਅਟਰੈਕਸ਼ਨ, ਵੈਨ ਡਰ ਵਾਲ ਫੋਰਸਿਸ ਉਹ ਇਨਕਰੀਜ਼ ਹੁੰਦੀਆਂ ਨੇ। ਜਿਹੜੀਆਂ ਵੈਨ ਡਰ ਵਾਲ ਫੋਰਸਿਸ ਆਫ ਅਟਰੈਕਸ਼ਨ ਹੁੰਦੀਆਂ ਨੇ ਉਹ ਸਾਈਜ਼ 'ਤੇ ਡਿਪੈਂਡੈਂਟ ਹੁੰਦੀਆਂ ਨੇ, ਅਟੋਮਿਕ ਸਾਈਜ਼ 'ਤੇ ਡਿਪੈਂਡੈਂਟ ਹੁੰਦੀਆਂ ਨੇ, ਅਟੋਮਿਕ ਨੰਬਰ 'ਤੇ ਡਿਪੈਂਡੈਂਟ ਹੁੰਦੀਆਂ ਨੇ। ਐਜ਼ ਡਾਊਨ ਦਾ ਗਰੁੱਪ ਅਟੋਮਿਕ ਨੰਬਰ ਇਨਕਰੀਜ਼ਿਸ, atomic size increases, van der Waals forces also increases, that is why these properties are going to increase। ਹੁਣ ਇਹਦੇ 'ਚ ਡਿਫਰੈਂਸ ਬੜਾ ਹੁੰਦਾ। ਕਈ ਵਾਰੀ ਅਸੀਂ ਜੇ ਮੰਨ ਲਓ ਆਕਸੀਜਨ ਤੋਂ ਸਲਫਰ ਵੱਲ ਮੂਵ ਕਰਦੇ ਹਾਂ, ਦੇਰ ਇਜ਼ ਮਚ ਡਿਫਰੈਂਸ, ਬਹੁਤ ਜ਼ਿਆਦਾ ਡਿਫਰੈਂਸ ਜਿਹੜਾ ਇਹਨਾਂ ਦੀ ਪ੍ਰੋਪਰਟੀਜ਼ ਦੇ ਵਿੱਚ ਹੋ ਜਾਂਦਾ। ਉਹਦਾ ਰੀਜ਼ਨ ਇਹ ਬਣਦਾ ਹੈ ਕਿ ਜਿਹੜਾ ਜੇ ਅਸੀਂ ਕਹੀਏ ਆਕਸੀਜਨ ਜਾਂ ਸਲਫਰ ਦੀ ਜੇ ਗੱਲ ਕਰੀਏ, ਇਹਨਾਂ ਦੀ ਐਲੋਟ੍ਰੋਪਿਕ ਫਾਰਮਸ ਜਿਹੜੀਆਂ ਨੇ ਉਹ ਡਿਫਰੈਂਟ ਹੁੰਦੀਆਂ ਨੇ। ਕਿ ਸਲਫਰ ਜਿਹੜਾ ਉਹਦੀਆਂ ਐਲੋਟ੍ਰੋਪਿਕ ਫਾਰਮਸ ਜਿਹੜੀਆਂ ਨੇ ਉਹ ਵੈਲਿਊਜ਼ ਜਿਹੜੀਆਂ ਨੇ ਵਧਾ ਦਿੰਦੀਆਂ ਨੇ, ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ। ਠੀਕ ਹੈ, ਦੈਨ ਪ੍ਰੋਪਰਟੀ ਆ ਜਾਂਦੀ ਹੈ ਆਇਓਨਾਈਜੇਸ਼ਨ ਐਨਰਜੀ। आयोनाइजेशन एनर्जी और आयोनाइजेशन पोटेंशियल। ਹੁਣ ਇਹਨਾਂ ਦੀ ਆਇਓਨਾਈਜੇਸ਼ਨ ਐਨਰਜੀ ਜਿਹੜੀ ਹੈ ਕਾਫੀ ਜ਼ਿਆਦਾ ਹੁੰਦੀ ਹੈ, ਕਿਉਂਕਿ ਆਕਸੀਜਨ ਜਿਹੜਾ ਉਹ 16th ਗਰੁੱਪ ਹੈ, ਲੈਫਟ ਟੂ ਰਾਈਟ ਜਾਂਦੇ ਆਇਓਨਾਈਜੇਸ਼ਨ ਐਨਰਜੀ ਇਨਕਰੀਜ਼ ਕਰਦੀ ਹੈ। ਪਰ ਲੇਕਿਨ ਇਹਦੀ ਸੈਲਫ ਜਿਹੜੀ ਆਇਓਨਾਈਜੇਸ਼ਨ ਐਨਰਜੀ ਹੈ, ਜਿਹੜੀ ਡਾਊਨ ਦਾ ਗਰੁੱਪ ਆਇਓਨਾਈਜੇਸ਼ਨ ਐਨਰਜੀ ਹੈ, ਉਹ डिक्रीज करती है फ्रॉम ऑक्सीजन टू पोलोनियम। आयनाइजेशन एनर्जी वी कैन से आयनाइजेशन एनर्जी डाउन द ग्रुप डिक्रीजेस, आयनाइजेशन एनर्जी डाउन द ग्रुप डिक्रीजेस, वैन डर वाल फोर्सेस डाउन द ग्रुप इनक्रीजेस। ए नॉन मेटैलिक करैक्टर, वीक नॉन मैटैलिक, मतलब मैटैलिक करैक्टर स्टार्ट हो गया तो यह रेडियो एक्टिव मटीरियल है। इलैक्ट्रॉनिक कन्फिगरेशन उसी कर देख ली। देन वी कम टू कैटिनेशन। कैटिनेशन प्रॉपर्टी, व्हाट इज कैटिनेशन? कैटिनेशन वो प्रॉपर्टी है जिहदे विच ਜਿਹੜੇ ਐਲੀਮੈਂਟਸ ਨੇ ਉਹ ਆਪਣੇ ਹੀ ਐਲੀਮੈਂਟਸ ਦੇ ਨਾਲ ਮਿਲ ਕੇ ਇੱਕ ਲੌਂਗ ਚੇਨ ਬਣਾਉਂਦੇ, ਜਸਟ ਲਾਈਕ ਕਾਰਬਨ ਇੱਕ ਇਹੋ ਜਿਹੀ ਚੀਜ਼ ਹੈ ਜਿਹਦੀ ਪ੍ਰੋਨਾਊਂਸਡ ਕੈਟੀਨੇਸ਼ਨ ਪ੍ਰੋਪਰਟੀ ਹੈ। ਇਹ ਲੰਮੀਆਂ ਚੇਨਸ ਕਾਰਬਨ ਦੀਆਂ ਬਹੁਤ ਸਾਰੀਆਂ ਲੰਮੀਆਂ ਚੇਨਸ ਬਣ ਜਾਂਦੀਆਂ ਨੇ, ਬ੍ਰਾਂਚਡ ਚੇਨ ਬਣ ਜਾਂਦੀਆਂ ਨੇ। ਠੀਕ ਹੈ, ਅਸੀਂ ਕਹਾਂਗੇ ਕਿ ਕੈਟੀਨੇਸ਼ਨ ਦੀ ਪ੍ਰੋਪਰਟੀ ਜਿਹੜੀ ਹੈ ਕਾਰਬਨ ਦੇ ਵਿੱਚ ਉਹ ਸਭ ਤੋਂ ਜ਼ਿਆਦਾ ਹੈ। ਹੁਣ ਅਸੀਂ ਕਰਦੇ ਪਏ ਆਕਸੀਜਨ ਫੈਮਿਲੀ, ਕਾਰਬਨ ਦੀ ਤਾਂ ਇਹੀ ਗੱਲ ਨਹੀਂ ਕਰਨੀ। ਹੁਣ ਆਕਸੀਜਨ ਜਿਹੜੀ ਹੈ ਇਹ ਫੈਮਿਲੀ ਦੇ ਵਿੱਚ ਕਿਹੜੇ ਐਲੀਮੈਂਟਸ ਨੇ ਜਿਹੜੇ ਆਪਸ ਦੇ ਵਿੱਚ ਮਿਲ ਕੇ ਲੌਂਗ ਕਾਰਬਨ ਚੇਨ ਬਣਾਉਂਦੇ, ਇਸ ਤਰ੍ਹਾਂ ਦਾ ਕੋਈ ਜ਼ਿਆਦਾ ਨਹੀਂ ਹੈ। ਆਕਸੀਜਨ ਫੈਮਿਲੀ ਦੇ ਵਿੱਚ ਕੈਟੀਨੇਸ਼ਨ ਪ੍ਰੋਪਰਟੀ ਜਿਹੜੀ ਹੈ ਬਹੁਤ ਜ਼ਿਆਦਾ ਪ੍ਰੋਨਾਊਂਸਡ ਨਹੀਂ ਹੈ, ਘੱਟ ਹੈ ਪਰ ਹੈ। ਠੀਕ ਹੈ, ਇਹਦੇ ਵਿੱਚ ਕੈਟੀਨੇਸ਼ਨ ਜ਼ਿਆਦਾ ਜਿਹੜੇ ਨੇ ਉਹ ਅਸੀਂ ਕਹਿ ਸਕਦੇ ਹਾਂ ਕਿ ਆਕਸੀਜਨ ਦੇ ਪੋਲੀਆਕਸਾਈਡਸ ਬਣਦੇ ਨੇ।
ਪੋਲੀਆਕਸਾਈਡਸ। ਪੋਲੀਆਕਸਾਈਡਸ ਦੇ ਵਿੱਚ ਜਿਹੜੇ ਨੇ ਉਹ ਐਗਜ਼ਾਮਪਲਸ ਜਿਹੜੀ ਹੈ ਹਾਈਡਰੋਜਨ ਪਰਆਕਸਾਈਡ ਦੀ ਆ ਸਕਦੀ ਹੈ, ਠੀਕ ਹੈ। ਤੋਂ ਇਲਾਵਾ ਜਿਹੜੇ ਨੇ ਪੋਲੀਸਲਫਾਈਡਸ ਜਿਹੜੇ ਬਣਦੇ ਨੇ, ਵੀ ਕੈਨ ਸੇ ਪੋਲੀਸਲਫਾਈਡਸ, ਆਕਸੀਜਨ ਅਤੇ ਸਲਫਰ ਹੀ ਨੇ ਜਿਹੜੇ ਕੈਟੀਨੇਸ਼ਨ ਪ੍ਰੋਪਰਟੀ ਜਿਹੜੀ ਹੈ ਥੋੜ੍ਹੀ ਬਹੁਤ ਜ਼ਿਆਦਾ ਨਹੀਂ, ਥੋੜ੍ਹੀ ਬਹੁਤੀ ਸ਼ੋਅ ਕਰਦੇ ਆ, ਲਾਈਕ HSSH, HSSS and H, ਇਹ ਸਿੰਪਲ ਪੋਲੀਸਲਫਾਈਡਸ ਨੇ, ਲਾਈਕ HSSS and H. These may be polysulfides. Okay, these properties show catenation property of elements of oxygen family. Then we come to allotropic forms or allotropy. Sixth property is, ਇੱਥੇ discuss ਕਰ ਦਿੰਦੇ। Sixth property is allotropy. Allotropy is that property in which chemical properties remain same, but physical properties are different. Allotropic form of carbon, diamond and graphite ਆਮ ਹੀ ਅਸੀਂ ਪੜ੍ਹਦੇ ਹਾਂ, ਜੂਨੀਅਰ ਲੈਵਲ ਦੇ ਉੱਤੇ ਪੜ੍ਹਨਾ ਸ਼ੁਰੂ ਕਰ ਦਿੰਦੇ ਹਾਂ। ਜੇ ਅਸੀਂ ਆਕਸੀਜਨ ਦੀ ਗੱਲ ਕਰੀਏ, ਆਕਸੀਜਨ ਦੀਆਂ ਟੂ ਐਲੋਟ੍ਰੋਪਿਕ ਫਾਰਮਸ ਨੇ। ਆਕਸੀਜਨ ਦੀਆਂ ਇੱਕ O2, O3, these are two allotropic forms of carbon. ਜੇ ਸਲਫਰ ਦੀ ਗੱਲ ਕਰੀਏ, ਸਲਫਰ ਦੀਆਂ ਐਲੋਟ੍ਰੋਪਿਕ ਫਾਰਮਸ ਦੇ ਵਿੱਚ ਜਿਹੜੇ ਨੇ ਉਹ ਕਾਫੀ ਆ ਜਾਂਦੀਆਂ ਨੇ। ਇੱਕ ਸਲਫਰ ਰੋਮਬਿਕ, ਸਲਫਰ ਮੋਨੋਕਲਿਨਿਕ। ਇਹਨਾਂ ਦੇ ਜਿਹੜੇ ਨੇ ਉਹ ਸਟਰਕਚਰਸ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਸਟਰਕਚਰਸ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਨੇ। ਫਿਰ ਇੱਕ ਹੋਰ ਹੁੰਦੀ ਹੈ ਪਲਾਸਟਿਕ, ਸਲੀਨੀਅਮ। ਫਿਰ ਅੱਗੇ ਟੂ ਟਾਈਪਸ ਜਿਹੜੀਆਂ ਨੇ ਉਹ ਆ ਜਾਂਦੀਆਂ ਨੇ ਇਹਦੀਆਂ ਐਲੋਟ੍ਰੋਪਿਕ ਫਾਰਮਸ ਸਲੀਨੀਅਮ ਦੀਆਂ। ਸਲੀਨੀਅਮ ਦੀ ਇੱਕ ਐਲੋਟ੍ਰੋਪਿਕ ਫਾਰਮ ਜਿਹੜੀ ਉਹ ਰੈੱਡ ਨਾਨ ਮੈਟੈਲਿਕ ਫਾਰਮ ਹੈ, ਅਤੇ ਇੱਕ ਗ੍ਰੇ ਜਿਹੜੀ ਹੈ ਮੈਟੈਲਿਕ ਫਾਰਮ। ਇਸ ਤਰ੍ਹਾਂ ਜਿਹੜੀਆਂ ਨੇ ਉਹ ਟੈਲੂਰੀਅਮ ਦੀਆਂ ਵੀ ਦੋ ਜਿਹੜੀਆਂ ਨੇ ਉਹ ਐਲੋਟ੍ਰੋਪਿਕ ਫਾਰਮਸ ਆ ਜਾਂਦੀਆਂ ਨੇ। ਪੋਲੋਨੀਅਮ ਦੀ ਗੱਲ ਕਰੀਏ ਤਾਂ ਪੋਲੋਨੀਅਮ ਐਗਜ਼ਿਸਟ ਇਨ ਅਲਫਾ ਐਂਡ ਬੀਟਾ ਮੈਟੈਲਿਕ ਫਾਰਮਸ, ਠੀਕ ਹੈ। ਅਤੇ ਸਲਫਰ ਦੀਆਂ ਦੇ ਨੰਬਰ ਆਫ ਐਲੋਟ੍ਰੋਪਿਕ ਫਾਰਮਸ ਨੇ। ਰੈੱਡ ਸਲਫਰ ਵੀ ਅਸੀਂ ਪੜ੍ਹਦੇ ਹਾਂ, ਰੋਮਬਿਕ, ਮੋਨੋਕਲੋਨਿਕ, ਪਲਾਸਟਿਕ, ਅਤੇ ਸਲੀਨੀਅਮ, ਰੈੱਡ ਐਂਡ ਗ੍ਰੇ, ਇਹ ਕਲਰ ਵੇਰੀਏਸ਼ਨ ਦੇ ਵਿੱਚ ਆਉਂਦੇ। ਅਤੇ ਪੋਲੋਨੀਅਮ ਦੀ ਗੱਲ ਕਰੀਏ ਤਾਂ ਅਲਫਾ ਔਰ ਬੀਟਾ ਮੈਟੈਲਿਕ ਫਾਰਮਸ ਜਿਹੜੀਆਂ ਨੇ ਆ ਜਾਂਦੀਆਂ ਨੇ ਇਹਨਾਂ ਦੀਆਂ। ਦੀਜ਼ ਆਰ ਐਲੋਟ੍ਰੋਪਿਕ ਫਾਰਮਸ ਜਾਂ ਐਲੋਟ੍ਰੋਪੀ ਆਫ ਆਕਸੀਜਨ ਫੈਮਿਲੀ ਐਲੀਮੈਂਟਸ। ਇਸ ਤੋਂ ਇਲਾਵਾ ਇਹਨਾਂ ਦੇ ਜਿਹੜੇ ਮੇਨ ਜਿਹੜੀ ਡਿਸਕਸ਼ਨ ਆ ਜਾਂਦੀ ਹੈ ਜਾਂ ਕੁਐਸਚਨ ਜਿਹੜੇ ਨੇ ਆ ਜਾਂਦੇ ਨੇ ਉਹ ਇਹਨਾਂ ਦੀਆਂ ਆਕਸੀਡੇਸ਼ਨ ਸਟੇਟ ਦੇ ਉੱਤੇ ਆਉਂਦਾ। ਕਾਫੀ ਇੰਪੋਰਟੈਂਟ ਟੌਪਿਕ ਹੈ ਆਕਸੀਡੇਸ਼ਨ ਸਟੇਟ। ਆਕਸੀਡੇਸ਼ਨ ਸਟੇਟ ਦੇ ਵਿੱਚ ਐਜ਼ ਯੂ ਨੋ ਆਕਸੀਜਨ 16th ਗਰੁੱਪ ਹੈ। ਲੈਫਟ ਟੂ ਰਾਈਟ ਜਾਂਦੇ ਆ ਇਲੈਕਟ੍ਰੋਨੈਗੇਟਿਵਿਟੀ ਇਨਕਰੀਜ਼ ਕਰਦੀ ਹੈ। ਦੇਖੋ ਇਹ 'ਚ ਜਨਰਲ ਟ੍ਰੈਂਡਸ ਜਿਹੜੇ ਨੇ ਉਹਨਾਂ ਦੇ ਉੱਤੇ ਡਿਸਕਸ਼ਨ ਕਾਫੀ ਡਿਪੈਂਡ ਕਰ ਜਾਂਦੀ ਹੈ। ਇਸ ਕਰਕੇ +1 ਦਾ ਪੀਰੀਓਡਿਕ ਪ੍ਰੋਪਰਟੀਜ਼ ਲੈਸਨ ਦਾ ਜਿਹੜਾ ਮਾਸਟਰੀ ਹੋਣੀ ਬਹੁਤ ਜ਼ਿਆਦਾ ਕੰਡੀਸ਼ਨਲੀ ਵੀ ਕੈਨ ਸੇ ਇਹ ਜ਼ਰੂਰੀ ਹੈ। ਨੈਕਸਟ ਟੋਪਿਕ ਇਜ਼ ਆਕਸੀਡੇਸ਼ਨ ਸਟੇਟ। ਹੁਣ ਆਕਸੀਡੇਸ਼ਨ ਸਟੇਟ ਦੀ ਗੱਲ ਕਰੀਏ ਤਾਂ ਇਹਦੇ 'ਚ ਜੇ ਆਕਸੀਜਨ ਦੀ ਮੰਨ ਲਓ ਅਸੀਂ ਗੱਲ ਕਰਦੇ ਹਾਂ ਅਤੇ ਆਲ ਵੀ ਨੋ ਆਕਸੀਜਨ ਦੀ ਅਸੀਂ ਆਕਸੀਡੇਸ਼ਨ ਸਟੇਟ -2 ਡਿਸਕਸ ਕਰਦੇ ਹਾਂ, ਜਾਂ ਆਕਸੀਜਨ ਦੀ ਆਕਸੀਡੇਸ਼ਨ ਸਟੇਟ -2 ਹੈ। ਹੁਣ ਇਹ -2 ਡਾਊਨ ਦਾ ਗਰੁੱਪ ਡਿਮਿਨਿਸ਼ ਹੋਣੀ ਸ਼ੁਰੂ ਹੋ ਜਾਂਦੀ। ਡਿਮਿਨਿਸ਼ ਮੀਨਸ ਘਟਣੀ ਸ਼ੁਰੂ ਹੋ ਜਾਂਦੀ। ਹੁਣ
ਬੀਇੰਗ ਇਲੈਕਟ੍ਰੋਨੈਗੇਟਿਵ ਆਕਸੀਜਨ ਨੇ ਤੇ ਆਪਣੀ ਇਹ ਸ਼ੋਅ ਕਰ ਦਿੱਤੀ ਆਕਸੀਡੇਸ਼ਨ ਸਟੇਟ ਦੈਟ ਇਜ਼ ਨੈਗੇਟਿਵ, ਪਰ ਲੇਕਿਨ ਕੁਛ ਇਹ 'ਚ ਇਹੋ ਜਿਹੀਆਂ ਗੱਲਾਂ ਆ ਜਾਂਦੀਆਂ ਨੇ ਜਿਹਦੇ 'ਚ ਇੱਕ ਵੇਰੀਏਸ਼ਨ ਸਟਾਰਟ ਹੋ ਜਾਂਦੀ ਹੈ ਆਕਸੀਡੇਸ਼ਨ ਸਟੇਟਸ ਦੀ, ਵੀ ਕਹਿੰਦੇ ਸੇ ਕਿ ਥੋੜ੍ਹੀ ਜਿਹੀ ਵੇਰੀਏਬਲ ਆਕਸੀਡੇਸ਼ਨ ਸਟੇਟ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇੱਕ ਗੱਲ ਤਾਂ ਇਹ ਹੋ ਗਈ, ਇੱਕ ਗੱਲ ਤਾਂ ਤੈਅ ਹੈ ਕਿ ਆਕਸੀਜਨ ਜਿਹੜੀ ਹੈ ਉਹੀ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਨੈਗੇਟਿਵ ਆਕਸੀਡੇਸ਼ਨ ਸਟੇਟ ਜਿਹੜੀ ਇਹ ਸ਼ੋਅ ਕਰਦੀ ਹੈ। ਨੰਬਰ 1, ਕੁਛ ਇਹੋ ਜਿਹੇ ਐਲੀਮੈਂਟਸ ਨੇ ਜਾਂ ਕੁਛ ਇਹੋ ਜਿਹੇ ਕੰਪਾਊਂਡਸ ਨੇ ਜਿੱਥੇ ਆਕਸੀਜਨ ਦੀ ਜਿਹੜੀ ਹੈ ਉਹ ਆਕਸੀਡੇਸ਼ਨ ਸਟੇਟ ਥੋੜ੍ਹੀ ਡਿਫਰੈਂਟ ਹੋ ਸਕਦੀ ਹੈ। ਠੀਕ ਹੈ, ਹੁਣ ਹਾਈਲੀ ਇਲੈਕਟ੍ਰੋਨੈਗੇਟਿਵ ਹੋਣ ਕਰਕੇ ਆਕਸੀਜਨ ਨੇ ਨੈਗੇਟਿਵ ਜਿਹੜੀ ਆਕਸੀਡੇਸ਼ਨ ਸਟੇਟ ਸ਼ੋਅ ਕਰ ਦਿੱਤੀ। ਸਿਰਫ ਇੱਕ ਜਿਸ ਤਰ੍ਹਾਂ ਅਸੀਂ ਐਗਜ਼ਾਮਪਲ ਲੈਂਦੇ OF2 ਦੀ, ਆਕਸੀਜਨ ਡਾਈਫਲੋਰਾਈਡ, ਇਹਦੇ 'ਚ ਆਕਸੀਡੇਸ਼ਨ ਸਟੇਟ ਆਕਸੀਜਨ ਦੀ ਜਿਹੜੀ ਉਹ ਪੋਜ਼ੀਟਿਵ ਹੁੰਦੀ ਹੈ ਐਕਸੈਪਟ ਦਿਸ, ਅਦਰਵਾਈਜ਼ ਆਕਸੀਡੇਸ਼ਨ ਸਟੇਟ ਜਿਹੜੀ ਉਹ -2 ਜਿਹੜੀ ਉਹ ਚੱਲਦੀ ਹੈ। ਪਰ ਜਿਹੜਾ ਸਲਫਰ, ਸੈਲੀਨੀਅਮ ਅਤੇ ਟੈਲੂਰੀਅਮ, ਹੁਣ ਇਹੋ ਜਿਹੇ ਐਲੀਮੈਂਟਸ ਨੇ ਜਿਹੜੇ ਆਕਸੀਡੇਸ਼ਨ ਸਟੇਟ ਜਿਹੜੀ ਹੈ ਉਹ +2, +4, ਈਵਨ +6 ਜਿਹੜੀ ਹੈ ਸ਼ੋਅ ਕਰਦੇ। ਹੁਣ ਜਿਵੇਂ ਮੰਨ ਲਓ ਮੈਂ ਸਲਫਰ ਦੀ ਹੀ ਐਗਜ਼ਾਮਪਲ ਲਵਾਂ, ਸਲਫਰ 3s2 3p4, ਇਹਨੂੰ ਮੈਂ ਬਾਕਸਿਸ ਹੀ ਰਿਪਰੈਜ਼ੈਂਟ ਕਰ ਦਿੰਦਾ, 3s 3p, this is 3s, this is 3p, sorry 3p, 3s2 3p4, 1 2 3 and 4. There are 2 unpaired electrons, there is present 2 unpaired electrons, ਹੁਣ ਇਹ ਸ਼ੋਅ ਕਰਦੇ ਆ +2 ਆਕਸੀਡੇਸ਼ਨ ਸਟੇਟ, +2 ਆਕਸੀਡੇਸ਼ਨ ਸਟੇਟ ਸ਼ੋਅ ਕਰਦੇ, ਨੈਚੁਰਲ ਗੱਲ ਹੈ, 2 ਇਲੈਕਟ੍ਰੋਨ ਹੈ ਅਤੇ ਬੌਂਡਿੰਗ ਜਿਹੜੀ ਹੈ ਹੋ ਸਕਦੀ ਹੈ। ਹੁਣ ਸਲਫਰ ਆਪਣੇ ਤੋਂ ਜਦੋਂ ਜ਼ਿਆਦਾ ਇਲੈਕਟ੍ਰੋਨੈਗੇਟਿਵ ਐਲੀਮੈਂਟ ਦੇ ਨਾਲ ਲੱਗਦਾ ਹੈ, ਇਟ ਵਿਲ ਸ਼ੋ +2 ਆਕਸੀਡੇਸ਼ਨ ਸਟੇਟ। ਹੁਣ ਜਦੋਂ ਅਸੀਂ ਇਹ ਸਿੱਖਿਆ ਹੋਇਆ ਹੈ ਕਿ ਵੈਨ ਐਵਰ ਪ੍ਰਿੰਸੀਪਲ ਕੁਆਂਟਮ ਨੰਬਰ 3 starts, there is present a d orbital also. It means there is present 3d also. ਵੇਰੀਏਬਲ ਆਕਸੀਡੇਸ਼ਨ ਸਟੇਟ ਇੱਥੇ ਹੀ ਸਟਾਰਟ ਹੋ ਜਾਂਦੀ ਹੈ। ਹੁਣ ਇਹ ਇਲੈਕਟ੍ਰੋਨ ਜੰਪ ਕਰਕੇ ਨੈਕਸਟ ਜੇ ਆਰਬਿਟਲ ਦੇ ਵਿੱਚ ਚਲਾ ਜਾਵੇ, 4th ਇਲੈਕਟ੍ਰੋਨ goes to 3d, ਹੁਣ 1 2 3 and 4 unpaired electrons are there. ਜੇ 4 unpaired electrons ਨੇ, it mean oxidation state will vary to +4. ਹੁਣ d orbital, there is presence of, due to presence of vacant d orbital, this electron can also move to d. If it moves to d, then oxidation state again vary. Now this electron moves to this orbital. Now 6 unpaired electron. It means oxidation state varies to +6. This we can say that variable oxidation state. There are examples of variable oxidation states. Sulfur dioxide,
ठीक है, सल्फर टेट्राक्लोराइड, सल्फर हेक्साक्लोराइड, ऑल दीज एग्जांपल्स ऑफ वेरीएबल ऑक्सीडेशन स्टेट्स ऑफ सल्फर। जे सल्फर है शो करता पाया, सल्फर सैलीनियम तो टेलूरीयम यह भी जी है वेरीएबल ऑक्सीडेशन स्टेट जी शो करती है। ये काफ़ी इंपॉर्टेंट डिस्कशन आ जाती है कि ऑक्सीजन ही है जोड़ा कि इलैक्ट्रोनैगेटिव ऑक्सीडेशन स्टेट शो करता है, एक्सैप्ट OF2 के केस के तो अलावा जोड़ा वो नैगेटिव ऑक्सीडेशन स्टेट होंगी है। पर लेकिन इन्हों के ऑक्सीडेशन स्टेट जी है बाकी के जोड़े एलीमेंट्स ने उन्होंने अवेलेबिलिटी ऑफ डी ऑर्बिटल, ऑक्सीजन के देखो कोई डी ऑर्बिटल नहीं है, इलैक्ट्रॉन जंप अगे हो ही नहीं सकता, दैट इज़ वाई ऑक्सीडेशन स्टेट इज़ फिक्सड एक्सैप्ट OF2 के केस तो जो -2 ही है ड्यू टू इलैक्ट्रोनैगेटिव नैगेटिव शो करती। इलैक्ट्रोनैगेटिविटी डिक्रीजिज डाउन द ग्रुप, इलैक्ट्रोनैगेटिविटी जी है वो डिक्रीज होंगी है तो नैचुरल गल है जो इलैक्ट्रोनैगेटिविटी डिक्रीज होंगी है तो की बढ़ेगी इलैक्ट्रोपॉजिटिविटी मैटैलिक करैक्टर जो इनक्रीज हो रहा है, ठीक है। पर ऑक्सीडेशन स्टेट जी है वो वेरीएशन स्टार्ट हो जाती है, पॉजिटिव ऑक्सीडेशन जो मैटैलिक करैक्टर इनक्रीज हो रहा है तो ऑक्सीडेशन स्टेट भी पॉजिटिव होएगी, इलैक्ट्रोपॉजिटिव करैक्टर है ना, तो ऑक्सीडेशन स्टेट जी पॉजिटिव शो होती है वो वेरीएबल है, 2 भी हो सकती है, 4 भी हो सकती है, वो 6 पॉजिटिव भी हो सकती है। दिस इज़ ऑल अबाउट ऑक्सीडेशन स्टेट ऑफ ऑक्सीजन फैमिली। काफ़ी इंपॉर्टेंट डिस्कशन सी ये बेस्ड अपॉन क्वेश्चन जोड़े ने वो यही ट्रेंडिंग क्वेश्चन जोड़े ने आम तौर पर पेपर के इस तरह ही आते हैं। ये अगे काफ़ी एक इंपॉर्टेंट क्वेश्चन आ जाता कि ऑक्सीजन इज़ गैस वाइल सल्फर इज़ सॉलिड। ये बार बार आया होया बोर्ड का क्वेश्चन है, बोर्ड के पेपर के काफ़ी बारी क्वेश्चन जोड़ा फाइनल पेपर के आया होया, इतने मैं लिख ही देना वाई ऑक्सीजन इज़ अ गैस while sulfur is solid in nature। ये काफ़ी इंपॉर्टेंट डिस्कशन का हिस्सा है। ये नैक्सट असी करते हैं हुण, लेट अस सी। देखो ऑक्सीजन असी कह रहे हैं गैस है, सल्फर इज़ सॉलिड। रीजन ये एक तो ऑक्सीजन स्मॉल साइज़ है, सैकेंडली ऑक्सीजन के जोड़े वैलेंस इलैक्ट्रॉन ने वो 6 ने जो लुईस स्ट्रक्चर बनाइए तो 6 इलैक्ट्रॉन्स के नाल अपनी बॉन्डिंग वगैरह करती है। इट मीन सेक्सटेट जोड़ा सेक्सटेट का मतलब 6 इलैक्ट्रॉन्स, ऑक्टेट का मतलब 8 इलैक्ट्रॉन्स। ये वो जो बॉन्डिंग करेगी तो नैचुरल गल है कि ऑक्सीजन की असी पढ़ आए हैं डायटोमिक है तो डबल बॉन्ड जोड़ा वो बनता है इन बिटवीन ऑक्सीजन O2 के जी स्टेज है वो डायटोमिक स्टेज है। ये बॉन्डिंग +1 की बॉन्डिंग लैसन तुम यह भी पढ़ रहे हो कि ये जी बॉन्डिंग होंगी है वो p बॉन्डिंग है। हुण p बॉन्डिंग है, डबल बॉन्ड है, ये सारे कारण बनते हैं यदि वीक वंडरवाल फोर्सिस ऑफ अट्रैक्शन, वीक वंडरवाल फोर्सिस ऑफ अट्रैक्शन, ठीक है। These intermolecular forces are weak one, that is why oxygen exists as O2 या oxygen exists as gas at ordinary temperature या ordinary conditions कह रही है, ठीक है। ये मेन चीज़ है कि ऑक्सीजन जी है वो डायटोमिक, यदि एटोमिसिटी जी है वो डायटोमिक है। हुण ये कंपैरिजन जो असीं सल्फर की गल करिए, एक तो सल्फर का लार्ज साइज़ है, मैं नाल एक तरह का कंपैरिजन हो जा रहा, ठीक है, लार्ज साइज़ है। हुण ये लार्ज साइज़ होने करके स्मॉल साइज़ होने करके मल्टीपल बॉन्डिंग शो हो जाती है, लार्ज साइज़ होने करके मल्टीपल बॉन्डिंग शो नहीं होती तो यदी स्ट्रक्चर जी है वो बहुत कंपलैक्स हो जाती है। कंपलैक्स स्ट्रक्चर दे विच 8 एटम्स जोड़े ने
ਕੰਪਲੈਕਸ ਸਟਰਕਚਰ ਆਫ 8 ਐਟਮਸ। ਇਹ ਕਾਫੀ ਇੰਪੋਰਟੈਂਟ ਫੈਕਟਰ ਹੈ ਕਿ ਇਹਦੇ 'ਚ S8 ਮੋਲੀਕਿਊਲ ਫਾਰਮ 'ਚ ਮਤਲਬ ਆਪਣੀ ਇਹ ਕਹਿ ਲਓ ਕਿ ਔਕਟਾ ਮੋਲੀਕੂਲਰ ਫਾਰਮ ਦੇ ਵਿੱਚ ਮਿਲਦਾ ਹੈ। ਇਹ ਡਾਇਆਟੋਮਿਕ ਮੋਲੀਕੂਲਰ ਫਾਰਮ 'ਚ ਹੈ। ਹੁਣ ਐਸ 8 ਐਟਮਸ ਦੇ ਕਰਕੇ ਇਹਦੀ ਜਿਹੜੀ ਔਕਟਾ ਅਟੋਮਿਸਿਟੀ ਹੈ, ਜਾਂ ਕਹਿ ਲਓ ਕਿ ਇਹਦੀ ਜਿਹੜਾ 8 ਸਲਫਰ ਨੇ ਉਹ ਆਪਣੇ ਆਪ ਨੂੰ ਇਸ ਤਰੀਕੇ ਨਾਲ ਜੋੜਦੇ ਆ ਕਿ ਇੱਕ ਪਕੜ ਸਟਰਕਚਰ ਜਿਹੜੀ ਹੈ ਉਹ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ। ਪਕੜ ਸਟਰਕਚਰ ਲਾਈਕ ਦਿਸ। ਹੁਣ ਇਹਦਾ ਸਟਰਕਚਰ ਬਣਾਉਣਾ ਜਿਹੜਾ ਉਹਦੀ ਪ੍ਰੈਕਟਿਸ ਜਿਹੜੀ ਉਹ ਹੋਣੀ ਚਾਹੀਦੀ ਹੈ। ਇਹਦਾ ਸਟਰਕਚਰ ਕੁਛ ਇਸ ਤਰ੍ਹਾਂ ਹੁੰਦਾ ਹੈ। सल्फर 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 एंड सल्फर 1 2 3 4 5 6 7 3 4 5 6 7 and 8. This is puckered structure of sulfur. ਹੁਣ ਇਹ ਸਟਰਕਚਰ ਜਿਹੜੀ ਹੈ this is main reason for strong van der Waals forces. ਕਿਉਂਕਿ ਦੇਖੋ ਵਨ ਡਰ ਵਾਲ ਫੋਰਸਿਸ ਦਾ ਇੱਕ ਫੰਡਾਮੈਂਟਲ ਚੀਜ਼ ਹੁੰਦੀ ਹੈ ਕਿ ਜਿੰਨਾ ਸਾਈਜ਼ ਇਨਕਰੀਜ਼ ਹੋ ਜਾਏਗਾ ਉਨੀ ਵਨ ਡਰ ਵਾਲ ਫੋਰਸਿਸ ਜਿਹੜੀਆਂ ਨੇ ਉਹ ਭਾਵੇਂ ਵੀਕ ਨੇ ਪਰ ਸਟਰੋਂਗ ਸ਼ੋ ਹੋ ਜਾਂਦੀਆਂ ਨੇ। ਮੈਂ ਤੁਹਾਨੂੰ ਐਗਜ਼ਾਮਪਲ ਜਿਹੜੀ ਉਹ ਸਮਝਾਈ ਹੋਈ ਕਿ ਮੰਨ ਲਓ ਇੱਕ ਸਟਰਿੰਗ ਹੈ, ਉਹਨੂੰ ਤੋੜਨਾ ਆਸਾਨ ਹੋ ਜਾਂਦਾ। ਸਟਰਿੰਗਸ ਜਿਹੜੀਆਂ ਨੇ ਧਾਗੇ ਜਿਹੜੇ ਨੇ ਤੁਸੀਂ ਵਧਾ ਲਓ ਅਤੇ ਉਹਨੂੰ ਤੋੜਨਾ ਜਿਹੜਾ ਮੁਸ਼ਕਿਲ ਹੋ ਜਾਂਦਾ। ਹੁਣ ਉਸੇ ਤਰ੍ਹਾਂ ਇੱਥੇ ਸਾਈਜ਼ ਜਿਹੜਾ ਕਾਫੀ ਇਨਕਰੀਜ਼ ਕਰ ਜਾਂਦਾ, ਜਿਹਦੇ ਕਰਕੇ ਇੱਥੇ ਵਨ ਡਰ ਵਾਲ ਫੋਰਸਿਸ ਇੱਕ ਸਟਰੋਂਗ ਇਫੈਕਟ ਦਿੰਦੀਆਂ। ਵੀ ਕੈਨ ਸੇ ਸਟਰੋਂਗ ਵਨ ਡਰ ਵਾਲ ਫੋਰਸਿਸ। ਹੁਣ ਇਹ ਸਾਰੇ ਫੈਕਟਰ ਜਿਹੜੇ ਨੇ ਉਹ ਬਣਦੇ ਨੇ ਆਨਸਰ ਇਹਦੀ ਸੋਲਿਡ ਹੋਣ ਦਾ, ਅਤੇ ਇਹ ਸਾਰੇ ਫੈਕਟਰ ਜਿਹੜੇ ਨੇ ਉਹ ਰੀਜ਼ਨ ਬਣਦੇ ਨੇ ਆਕਸੀਜਨ ਦੇ ਗੈਸੀ ਸਟੇਟ ਦੇ ਵਿੱਚ ਹੋਣ ਦਾ। ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ, ਆਇਆ ਹੋਇਆ ਕੁਐਸਚਨ ਹੈ। ਠੀਕ ਹੈ, ਨੈਕਸਟ ਅਸੀਂ ਇਹਦੇ ਜਿਹੜੀ ਕੈਮੀਕਲ ਪ੍ਰੋਪਰਟੀਜ਼ ਦੇ ਵਿੱਚ ਇਹਨਾਂ ਦੇ ਹਾਈਡਰਾਈਡਸ ਜਿਹੜੇ ਨੇ ਉਹ ਡਿਸਕਸ ਕਰਨੇ ਉਹ ਮੈਂ ਤੁਹਾਨੂੰ ਹੁਣ ਨੈਕਸਟ ਲੈਕਚਰ ਦੇ ਵਿੱਚ ਜਿਹੜਾ ਉਹ ਸ਼ੋਅ ਕਰਾਂਗਾ। ਇਹਦੇ ਵਿੱਚ ਜਿਹੜੇ ਹਾਈਡਰਾਈਡਸ ਨੇ ਉਹਨਾਂ ਦੀ ਡਿਸਕਸ਼ਨ ਕਾਫੀ ਇੰਪੋਰਟੈਂਟ ਹੈ। ਇੰਪੋਰਟੈਂਟ ਇਨ ਦਾ ਸੈਂਸ ਕਿ ਉਹਨਾਂ ਦੇ ਉੱਤੇ ਰੀਜ਼ਨਿੰਗ ਕੁਐਸਚਨ ਜਿਹੜੇ ਨੇ ਉਹ ਆ ਜਾਂਦੇ, ਕਿਉਂਕਿ ਉਹਨਾਂ ਦੇ ਜਿਹੜੀਆਂ ਪ੍ਰੋਪਰਟੀਜ਼ ਨੇ, ਉਹਨਾਂ ਦੇ ਜਿਹੜੇ ਟ੍ਰੈਂਡਸ ਨੇ ਜਿਹੜੇ ਹਾਈਡਰਾਈਡਸ ਇਹਨਾਂ ਦੇ ਬਣਦੇ ਆ ਉਹ ਕਾਫੀ ਇੰਪੋਰਟੈਂਟ ਨੇ। ਠੀਕ ਹੈ ਜੀ, ਅੱਜ ਲਈ ਇੰਨਾ ਬੜਾ ਤੁਸੀਂ ਥੋੜ੍ਹਾ ਜਿਹਾ ਇਹਨੂੰ ਰਿਵਿਊ ਕਰੋ ਇਹਦਾ। ਠੀਕ ਹੈ, ਅਤੇ ਇਹਨੂੰ ਦੇਖ ਜ਼ਰੂਰ ਲਿਓ, ਕਿਉਂਕਿ ਇਹ ਕੰਟੀਨਿਊਏਸ਼ਨ ਦੇ ਵਿੱਚ ਹੀ ਜਿਹੜੇ ਮੈਂ ਲੈਕਚਰ ਤੁਹਾਨੂੰ ਜਿਹੜਾ ਦੇਵਾਂਗਾ ਇਹਦੇ ਇਸ ਲੈਸਨ ਦੇ। ਠੀਕ ਹੈ ਜੀ, ਥੈਂਕ ਯੂ।